Hello everyone, welcome to my channel. I'm Ranveer Singh Makkar, your IELTS trainer, and today I will tell you how to write the introduction in IELTS Writing Task 2 essay. To write introduction in IELTS essay, we need to consider these things. First of all, general statement or background statement. Now what is a background statement or a general statement? ਇਹ ਉਹ ਸਟੇਟਮੈਂਟ ਹੁੰਦੀ ਹੈ ਜੋ ਟੌਪਿਕ ਨਾਲ ਰਿਲੇਟਡ ਤੁਸੀਂ ਆਪਣੇ ਕੋਲੋਂ ਇੱਕ ਸੈਂਟੈਂਸ ਲਿਖਦੇ ਹੋ। ਫॉर ਐਗਜ਼ਾਮਪਲ ਅੱਜ ਦਾ ਟੌਪਿਕ ਹੈ the government should allocate more funding to teaching sciences rather than other subjects in order for a country to develop and progress। ਇਹ ਆਪਣੀ given statement ਹੈ। ਇਹ ਕਾਹਦੇ ਨਾਲ ਰਿਲੇਟਡ ਹੈ? ਟੀਚਿੰਗ ਆਫ ਸਾਇੰਸਸ ਨਾਲ ਰਿਲੇਟਡ ਕਿ ਸਰਕਾਰ ਨੂੰ ਸਾਇੰਸ ਦੀ ਟੀਚਿੰਗ ਉੱਪਰ ਦੂਸਰੇ ਸਬਜੈਕਟਸ ਨਾਲੋਂ ਜ਼ਿਆਦਾ ਫੰਡਿੰਗ ਦੇਣੀ ਚਾਹੀਦੀ ਹੈ। ਕਿ ਤੁਸੀਂ ਇਹਦੇ ਨਾਲ ਅਗਰੀ ਕਰਦੇ ਹੋ ਜਾਂ ਨਹੀਂ ਕਰਦੇ। ਹੁਣ ਨਾਰਮਲੀ ਸਟੂਡੈਂਟਸ ਕੀ ਕਰਦੇ ਆ, ਸਭ ਤੋਂ ਪਹਿਲਾਂ ਟੌਪਿਕ ਨਾਲ ਰਿਲੇਟਡ ਆਪਣੇ ਕੋਲੋਂ ਇੱਕ ਸੈਂਟੈਂਸ ਲਿਖਦੇ ਆ। ਲਾਈਕ ਇਹਦੇ ਵਿੱਚ ਕੀ ਲਿਖ ਸਕਦੇ ਆ, ਟੀਚਿੰਗ ਆਫ ਸਾਇੰਸ ਇਜ਼ more important than other subjects. Now, is this statement required? No. So you don't have to give the general or background statement. Why? Because a statement ਸਿਰਫ ਤੁਹਾਡੇ ਇੰਟਰਸਟ ਨੂੰ ਸ਼ੋ ਕਰਦੀ ਹੈ। ਇਹਦਾ ਇੱਕ ਪਰਪਸ ਹੈ ਕਿ ਤੁਹਾਡੇ ਐਸੇ ਰਾਈਟਿੰਗ ਨੂੰ ਇੰਪ੍ਰੈਸਿਵ ਬਣਾਉਣਾ। But that is not what you are required to do. You are supposed to write an academic essay. You have to give response to the given question only. ਤੁਹਾਨੂੰ ਤੁਹਾਡੇ ਇੰਟਰਸਟ ਦੇ ਅਕੋਰਡਿੰਗ ਜਾਂ ਤੁਹਾਡਾ ਐਸੇ ਇੰਪ੍ਰੈਸਿਵ ਹੋਣ ਦੇ ਅਕੋਰਡਿੰਗ ਬੈਂਡ ਨਹੀਂ ਮਿਲਦੇ। ਤੁਹਾਨੂੰ ਸਿਰਫ ਟਾਸਕ ਰਿਸਪੌਂਸ ਰੈਲੇਵੈਂਟ ਹੋਣ ਦੇ ਕਰਕੇ ਹੀ ਸਕੋਰ ਮਿਲਦਾ ਹੈ। Then you do not have to write any background or any general statement. Next part is rephrase the question. ਇਹਦੇ ਵਿੱਚ ਤੁਸੀਂ ਕੀ ਕਰਦੇ ਹੋ, ਤੁਸੀਂ given question ਨੂੰ ਆਪਣੇ words ਵਿੱਚ ਲਿਖਦੇ ਹੋ। ਹੁਣ rephrase ਕਰਨ ਨੂੰ ਤੁਸੀਂ ਅਲੱਗ-ਅਲੱਗ ways ਨਾਲ ਅਚੀਵ ਕਰ ਸਕਦੇ ਹੋ। ਸਭ ਤੋਂ ਪਹਿਲਾਂ ਤੁਸੀਂ ਕੁਐਸਚਨ ਵਿੱਚ ਦਿੱਤੇ ਵਰਡਸ ਨੂੰ ਚੇਂਜ ਕਰ ਸਕਦੇ ਹੋ। ਜਿਵੇਂ ਕਿ ਕੁਐਸਚਨ ਦੇ ਕੀਵਰਡਸ ਦੇਖੋ, the government should allocate more funding teaching sciences, other subjects, country, develop and progress। ਇਸ ਕੁਐਸਚਨ ਵਿੱਚ ਸਾਰੇ ਕੀਵਰਡਸ ਹੀ ਇੰਪੋਰਟੈਂਟ ਹੈ। ਕੋਈ ਵੀ ਕੀਵਰਡ ਆਪਾਂ ਇਹ ਨਹੀਂ ਕਹਿ ਸਕਦੇ ਕਿ ਘੱਟ ਇੰਪੋਰਟੈਂਟ ਹੈ ਜਾਂ ਜ਼ਿਆਦਾ, ਸਾਰੇ ਦੇ ਸਾਰੇ ਕੀਵਰਡਸ ਹੀ ਇੰਪੋਰਟੈਂਟ ਨੇ। ਸੋ ਤੁਸੀਂ ਇਹਨਾਂ ਨੂੰ ਆਪਣੇ ਵਰਡਸ ਵਿੱਚ ਚੇਂਜ ਕਰ ਸਕਦੇ ਹੋ ਜਾਂ ਫਿਰ ਤੁਸੀਂ ਸੈਂਟੈਂਸ ਦੀ ਟਾਈਪ ਚੇਂਜ ਕਰ ਸਕਦੇ ਹੋ। ਐਕਟਿਵ ਟੂ ਪੈਸਿਵ ਚੇਂਜ ਕਰ ਸਕਦੇ ਹੋ ਜਾਂ ਪੈਸਿਵ ਟੂ ਐਕਟਿਵ ਚੇਂਜ ਕਰ ਸਕਦੇ ਹੋ। ਥਰਡ ਟਾਈਪ ਇਜ਼ ਕਿ ਤੁਸੀਂ ਸੈਂਟੈਂਸ ਨੂੰ ਸਪਲਿਟ ਕਰ ਸਕਦੇ ਹੋ। ਜੇ ਸੈਂਟੈਂਸ ਬਹੁਤ ਲੈਂਥੀ ਦਿੱਤਾ ਹੋਇਆ ਤਾਂ ਤੁਸੀਂ ਇਹਨੂੰ ਆਪਣੇ ਅਕੋਰਡਿੰਗ ਦੋ ਪਾਰਟਸ ਵਿੱਚ ਡਿਵਾਈਡ ਕਰ ਸਕਦੇ ਹੋ, ਜਿਹਦੇ ਨਾਲ ਤੁਹਾਨੂੰ ਵੀ ਸੌਖਾ ਹੋ ਜਾਏਗਾ ਸੈਂਟੈਂਸ ਨੂੰ ਲਿਖਣਾ, ਨਾਲ ਦੀ ਨਾਲ ਐਗਜ਼ਾਮਨਰ ਨੂੰ ਉਸ ਸੈਂਟੈਂਸ ਨੂੰ ਅੰਡਰਸਟੈਂਡ ਕਰਨਾ ਵੀ ਈਜ਼ੀ ਹੋ ਜਾਏਗਾ। ਤਾਂ ਇਹ ਪਾਰਟ ਤੁਸੀਂ ਕਰਨਾ ਹੈ। You will always start your introduction with rephrasing the question. Next is opinion. Opinion means ਤੁਹਾਡਾ ਕੀ ਨਜ਼ਰੀਆ, ਤੁਸੀਂ ਕੀ ਸੋਚਦੇ ਹੋ। ਹੁਣ opinion ਦੇਣਾ ਹੁੰਦਾ ਜਾਂ ਨਹੀਂ ਦੇਣਾ ਹੁੰਦਾ, it has to be given only if it is asked। ਜੇ ਮੰਗਿਆ ਗਿਆ ਤਾਂ ਹੀ ਦੇਣਾ। ਜੇ opinion ਨਹੀਂ ਪੁੱਛਿਆ ਤਾਂ ਤੁਸੀਂ opinion ਨਹੀਂ ਦੇਣਾ। ਹੁਣ opinion ਮੰਗਿਆ ਕਿਵੇਂ ਹੈ, ਇਹ ਕਿੱਥੋਂ ਪਤਾ ਲੱਗੇਗਾ? ਤੁਸੀਂ ਕੁਐਸਚਨ ਨੂੰ ਧਿਆਨ ਨਾਲ ਪੜ੍ਹੋ। ਲਾਸਟ ਸੈਂਟੈਂਸ ਦੇਖੋ ਜੋ ਕਿ ਮੇਨ ਕੁਐਸਚਨ ਹੁੰਦਾ ਹੈ, do you agree or disagree। ਜੇ ਲਾਸਟ ਪਾਰਟ ਵਿੱਚ ਯੂ ਦਿੱਤਾ ਹੋਇਆ ਜਾਂ ਯੋਰ ਦਿੱਤਾ ਹੋਇਆ ਤਾਂ ਤੁਸੀਂ ਓਪੀਨੀਅਨ ਦੇਣਾ ਹੈ। ਜੇ ਕਿਤੇ ਵੀ ਯੂ ਜਾਂ ਯੋਰ ਨਹੀਂ ਦਿੱਤਾ ਤਾਂ ਤੁਸੀਂ ਓਪੀਨੀਅਨ ਨਹੀਂ ਦੇਣਾ। ਓਪੀਨੀਅਨ ਵਾਲੇ ਕੁਐਸਚਨ ਦੀ ਐਗਜ਼ਾਮਪਲ ਕੀ ਹੁੰਦੀ ਹੈ, ਡੂ ਯੂ ਅਗਰੀ অর ਡਿਸਐਗਰੀ, ਔਰ ਟੂ ਵਾਟ ਐਕਸਟੈਂਟ ਡੂ ਯੂ ਅਗਰੀ অর ਡਿਸਐਗਰੀ, ਔਰ ਵਾਟ ਇਜ਼ ਯੋਰ ਓਪੀਨੀਅਨ, ਵਿਚ ਵਿਊ ਡੂ ਯੂ ਸਪੋਰਟ। ਜਿੱਥੇ ਵੀ ਯੂ ਜਾਂ ਯੋਰ ਵਰਡ ਆ ਗਿਆ ਉੱਥੇ ਤੁਸੀਂ ਓਪੀਨੀਅਨ ਦੇਣਾ। ਓਪੀਨੀਅਨ ਨੂੰ ਤੁਸੀਂ ਅਲੱਗ-ਅਲੱਗ ਵੇਜ਼ ਨਾਲ ਦੱਸ ਸਕਦੇ ਹੋ, ਲਾਈਕ I agree with this statement, or I disagree with this statement, or I support the first view, or I support the second view। ਤੁਹਾਡਾ opinion ਹੈ, ਤੁਸੀਂ ਆਪਣੇ ਵੇ ਨਾਲ ਜਿਵੇਂ ਮਰਜ਼ੀ ਇਹਨੂੰ ਲਿਖ ਸਕਦੇ ਹੋ। ਲਾਸਟ ਪਾਰਟ ਇਜ਼ ਥੀਸਿਸ। ਥੀਸਿਸ ਦਾ ਮਤਲਬ ਹੁੰਦਾ ਕਿ ਤੁਸੀਂ ਆਪਣੇ ਇੰਟਰੋਡਕਸ਼ਨ ਨੂੰ ਖਤਮ ਕਰਨ ਜਾ ਰਹੇ ਹੋ ਤੇ ਤੁਸੀਂ ਨੀਚੇ ਵਾਲੇ ਪੈਰਾਗ੍ਰਾਫਸ ਵਿੱਚ ਆਪਣੇ ਪੁਆਇੰਟਸ ਨੂੰ ਕੰਟੀਨਿਊ ਕਰੋਗੇ। ਤਾਂ ਥੀਸਿਸ ਵੀ ਤੁਸੀਂ ਹਮੇਸ਼ਾ ਦੇਣੀ ਹੁੰਦੀ ਹੈ। ਹੁਣ ਆਪਾਂ ਇਸ ਸਟੇਟਮੈਂਟ ਨੂੰ ਆਪਣੇ ਵਰਡਸ ਵਿੱਚ ਪਹਿਲਾਂ ਰੀਫਰੇਜ਼ ਕਰਾਂਗੇ।
सब तो पहला कीवर्ड देखो गवर्नमेंट। गवर्नमेंट ਨੂੰ ਆਪਾਂ ਕੀ ਕਹਿ ਸਕਦੇ ਹਾਂ? अथॉरिटी, एडमिनिस्ट्रेशन। शुड ਨੂੰ ਆਪਾਂ ਕੀ ਕਹਿ ਸਕਦੇ ਹਾਂ? हैज टू, हैव टू, ought to। ਜੇ ਸਿੰਗੂਲਰ ਹੈ ਤਾਂ हैज टू, ਜੇ प्लूरल है तो हैव टू। देन एलोकेट। एलोकेट मतलब प्रोवाइड या रिजर्व या गिव। मोर फंडिंग, ਹੁਣ ਇੱਥੇ मोर मतलब ज्यादा, ਤਾਂ ਆਪਾਂ मोर वर्ड दोबारा नहीं यूज कर सकते, ਆਪਾਂ यूज कर सकते हैं ग्रेटर। फंडिंग मतलब फाइनेंशियल एड या मनी। टू टीचिंग साइंसेस। टीचिंग साइंसेस ਨੂੰ ਆਪਾਂ ਇਹ ਕਹਿ ਸਕਦੇ ਹਾਂ स्टडी ऑफ साइंसेस या स्टडी ऑफ साइंस स्ट्रीम्स और द एजुकेशन ऑफ साइंस स्ट्रीम्स। फिर आ गया रादर देन। रादर देन ਨੂੰ ਆਪਾਂ ਕਹਿ ਸਕਦੇ ਹਾਂ देन या इन कंपैरिजन टू। अदर सब्जेक्ट्स मतलब अदर फील्ड्स या अदर स्ट्रीम्स। इन ऑर्डर फॉर। इन ऑर्डर फॉर ਨੂੰ ਤੁਸੀਂ ਲਿਖ ਸਕਦੇ ਹੋ so that, ਜਾਂ ਤੁਸੀਂ ਇੱਥੇ ਸੈਂਟੈਂਸ ਨੂੰ ਸਪਲਿਟ ਕਰਕੇ ਇੱਕ ਨਵਾਂ ਸੈਂਟੈਂਸ ਸਟਾਰਟ ਕਰ ਸਕਦੇ ਹੋ। अ कंट्री, कंट्री ਨੂੰ ਤੁਸੀਂ ਨੇਸ਼ਨ ਲਿਖ ਸਕਦੇ ਹੋ। ਟੂ ਡਿਵੈਲਪ ਐਂਡ ਪ੍ਰੋਗਰੈਸ। ਡਿਵੈਲਪ ਐਂਡ ਪ੍ਰੋਗਰੈਸ ਨੂੰ ਤੁਸੀਂ ਡਿਵੈਲਪਮੈਂਟ ਲਿਖ ਸਕਦੇ ਹੋ। ਐਂਡ ਵਨ ਮੋਰ ਥਿੰਗ, ਜਦੋਂ ਵੀ ਓਪੀਨੀਅਨ ਬੇਸ ਐਸੇ ਆਵੇ ਡੂ ਯੂ ਅਗਰੀ অর ਡਿਸਐਗਰੀ ਇਦਾਂ ਦਾ ਐਸੇ, ਉਹਦੇ ਵਿੱਚ ਜਦੋਂ ਵੀ ਤੁਸੀਂ ਰੀਫਰੇਜ਼ਿੰਗ ਸਟਾਰਟ ਕਰਨੀ ਹੈ ਤੁਸੀਂ ਹਮੇਸ਼ਾ ਲੋਕਾਂ ਦੇ ਬਿਹਾਫ ਤੇ ਸਟਾਰਟ ਕਰਨੀ ਹੈ ਕਿ ਲੋਕੀ ਇਦਾਂ ਮੰਨਦੇ ਆ। ਜੇ ਕੁਐਸਚਨ ਵਿੱਚ ਸਮ ਪੀਪਲ ਨਹੀਂ ਵੀ ਦਿੱਤਾ ਤਾਂ ਵੀ ਤੁਸੀਂ ਹਮੇਸ਼ਾ ਲੋਕਾਂ ਦੇ ਓਪੀਨੀਅਨ ਤੋਂ ਹੀ ਸਟਾਰਟ ਕਰਨਾ ਹੈ। ਬਿਕੋਜ਼ ਜਦੋਂ ਤੁਸੀਂ ਲੋਕਾਂ ਦਾ ਓਪੀਨੀਅਨ ਇੱਕ ਵਾਰੀ ਸਟੇਟ ਕਰ ਦੋਗੇ ਉਸ ਤੋਂ ਬਾਅਦ ਤੁਸੀਂ ਉਹਦੇ ਨਾਲ ਅਗਰੀ ਜਾਂ ਡਿਸਐਗਰੀ ਕਰ ਸਕਦੇ ਹੋ। ਜੇ ਤੁਸੀਂ ਲੋਕਾਂ ਦਾ ਉੱਪਰ ਓਪੀਨੀਅਨ ਨਹੀਂ ਦਿੱਤਾ, ਸਿੱਧਾ ਤੁਸੀਂ ਸਟੇਟਮੈਂਟ ਹੀ ਸਟਾਰਟ ਕਰਤੀ, ਤਾਂ ਤੁਸੀਂ ਉਹਦੇ ਨਾਲ ਹੀ ਜੇ ਡਿਸਐਗਰੀ ਕਰਤਾ ਤਾਂ ਉਹ ਇਨਕੋਹੈਰੈਂਟ ਹੋ ਜਾਏਗਾ। ਮਤਲਬ ਤੁਸੀਂ ਪਹਿਲਾਂ ਆਪਣੀ ਹੀ ਸਟੇਟਮੈਂਟ ਲਿਖੀ, ਬਾਅਦ ਵਿੱਚ ਤੁਸੀਂ ਉਹਦੇ ਨਾਲ ਹੀ ਡਿਸਐਗਰੀ ਕਰਗੇ, ਜੋ ਕਿ ਬਿਲਕੁਲ ਹੀ ਗਲਤ ਹੁੰਦਾ ਹੈ। ਤਾਂ ਹਮੇਸ਼ਾ ਲੋਕਾਂ ਦੇ ਬਿਹਾਫ ਤੇ ਕੁਐਸਚਨ ਨੂੰ ਰੀਫਰੇਸ ਕਰੋ। ਤਾਂ ਆਪਾਂ ਇਸ ਸੈਂਟੈਂਸ ਨੂੰ ਆਪਣੇ ਵਰਡ ਵਿੱਚ ਰੀਫਰੇਸ ਕਰਦੇ ਹਾਂ। Some people say that or believe that ਇਹ ਆਪਾਂ ਲੋਕਾਂ ਦਾ ਓਪੀਨੀਅਨ ਦੇਤਾ। The government, the administration, should ਨੂੰ ਆਪਾਂ ought to ਲਿਖ ਲੈਂਦੇ ਹਾਂ। एलोकेट, आप एलोकेट ਨੂੰ प्रोवाइड लेके चलते हैं। मोर, ग्रेटर। फंडिंग, फाइनेंशियल एड या फंड्स। टू टीचिंग साइंसेस, to the study of। ਹੁਣ ਇੱਥੇ ਸਾਇੰਸਸ ਹੈ, ਮਤਲਬ ਸਾਇੰਸ ਦੇ ਸਾਰੇ ਹੀ ਸਬਜੈਕਟਸ ਹੈ, ਤਾਂ ਆਪਾਂ ਇਹਨਾਂ ਨੂੰ ਕੀ ਲਿਖਾਂਗੇ? ਸਟੱਡੀ ਆਫ ਸਾਇੰਸ ਸਟਰੀਮਸ। ਹੁਣ ਤੁਸੀਂ ਕਹੋਗੇ ਆਪਾਂ ਸਾਇੰਸ ਨੂੰ ਕਿਉਂ ਨਹੀਂ ਰੀਫਰੇਸ ਕੀਤਾ? ਕਿਉਂਕਿ ਸਾਇੰਸ ਤਾਂ ਆਪਣਾ ਮੇਨ ਕੀਵਰਡ ਹੈ, ਉਹਨਾਂ ਨੇ ਸਾਇੰਸ ਦੇ ਸਬਜੈਕਟ ਦੀ ਤਾਂ ਗੱਲ ਕੀਤੀ ਹੈ, ਉਹਨੂੰ ਆਪਾਂ ਕਿਵੇਂ ਚੇਂਜ ਕਰ ਸਕਦੇ? ਆਪਾਂ ਉਹਨੂੰ ਕਮਰਸ ਜਾਂ ਸਪੋਰਟਸ ਤਾਂ ਨਹੀਂ ਲਿਖ ਸਕਦੇ, ਨਾ ਹੀ ਉਹਨੂੰ ਟੈਕਨੋਲੋਜੀ ਲਿਖ ਸਕਦੇ ਹਾਂ, ਕਿਉਂਕਿ ਸਾਇੰਸ ਦਾ ਫੀਲਡ ਤਾਂ ਐਗਜ਼ੈਕਟਲੀ ਸਾਇੰਸ ਦਾ ਹੀ ਸਟਰੀਮ ਹੁੰਦਾ ਵਾ। ਤਾਂ ਕਈ ਵਰਡਸ ਐਸੇ ਵੀ ਹੁੰਦੇ ਜੋ ਆਪਾਂ ਰੀਫਰੇਸ ਨਹੀਂ ਕਰ ਸਕਦੇ। ਜੇ ਆਪਾਂ ਉਹਨਾਂ ਨੂੰ ਰੀਫਰੇਸ ਕਰਤਾ ਤਾਂ ਸੈਂਟੈਂਸ ਦਾ ਪੂਰਾ ਮੀਨਿੰਗ ਹੀ ਬਦਲ ਜਾਏਗਾ। ਟੂ ਦ ਸਟੱਡੀ ਆਫ ਸਾਇੰਸ ਸਟਰੀਮਸ ਰਾਦਰ ਦੈਨ ਇਨ ਕੰਪੈਰੀਜ਼ਨ। To other subjects, other streams। In order for, in order for मतलब ताकि ਨੂੰ ਆਪਾਂ so that ਵੀ ਕਹਿ ਸਕਦੇ ਹਾਂ। A country, a nation। टू डिवेलप एंड प्रोग्रेस, कंट्री ਨੂੰ ਡਿਵੈਲਪ ਤੇ ਪ੍ਰੋਗਰੈਸ ਕਰਨ ਲਈ ਇਹਨਾਂ ਨੇ ਇਸ ਤਰ੍ਹਾਂ ਦਾ ਕਿਹਾ ਹੋਇਆ। ਆਪਾਂ ਕਹਿ ਸਕਦੇ ਹਾਂ ਕੰਟਰੀ ਨੂੰ ਡਿਵੈਲਪ ਕੀਤਾ ਜਾ ਸਕੇ। ਇਹ ਆਪਾਂ ਲੋਕਾਂ ਦਾ ਓਪੀਨੀਅਨ ਦਿੱਤਾ, ਆਪਾਂ ਪੈਰਾਫਰੇਜ਼ਿੰਗ ਕਰਤੀ। ਹੁਣ ਆਪਾਂ ਆਪਣਾ ਓਪੀਨੀਅਨ ਦਵਾਂਗੇ ਕਿ ਸਾਨੂੰ ਲੱਗਦਾ ਕਿ ਸਰਕਾਰ ਨੂੰ
ਸਾਇੰਸ ਸਬਜੈਕਟਸ ਦੇ ਟੀਚਿੰਗ ਦੇ ਉੱਪਰ ਜ਼ਿਆਦਾ ਪੈਸਾ ਖਰਚਣਾ ਚਾਹੀਦਾ ਹੈ ਦੂਸਰੇ ਸਬਜੈਕਟਸ ਨਾਲੋਂ। ਜੇ ਆਪਾਂ ਨੂੰ ਲੱਗਦਾ ਕਿ ਇਹ ਸਹੀ ਹੈ ਤਾਂ ਆਪਾਂ ਲਿਖਾਂਗੇ ਆਈ ਅਗਰੀ ਵਿਦ ਦਿਸ ਸਟੇਟਮੈਂਟ। ਜੇ ਆਪਾਂ ਨੂੰ ਲੱਗਦਾ ਕਿ ਨਹੀਂ ਇਹ ਸਟੇਟਮੈਂਟ ਸਹੀ ਨਹੀਂ ਹੈ ਤਾਂ ਆਪਾਂ ਲਿਖਾਂਗੇ ਹਾਊਐਵਰ ਆਈ ਡਿਸਐਗਰੀ ਵਿਦ ਦਿਸ ਸਟੇਟਮੈਂਟ। ਸਟੇਟਮੈਂਟ ਔਰ ਵਿਊ। ਆਪਾਂ ਅਗਰੀ ਲੈ ਕੇ ਚੱਲਦੇ ਹਾਂ ਐਗਜ਼ਾਮਪਲ ਲਈ। I agree with the or with this view। ਇਹ ਹੋ ਗਿਆ ਆਪਣਾ opinion। rephrasing ਹੋ ਗਈ, opinion ਹੋ ਗਿਆ। ਹੁਣ ਰਹਿ ਗਈ thesis। thesis ਵਿੱਚ ਆਪਾਂ ਦੱਸਣਾ ਹੁੰਦਾ ਹੈ ਕਿ ਮੈਂ ਆਪਣੇ ਵਿਊ ਪੁਆਇੰਟਸ ਨੂੰ ਜਾਂ ਜੋ ਕੁਐਸਚਨ ਪੁੱਛਿਆ ਉਹਨੂੰ ਨੀਚੇ ਦਿੱਤੇ ਪੈਰਾਗ੍ਰਾਫਸ ਵਿੱਚ ਡਿਸਕਸ ਕਰਾਂਗੇ। ਇਹਨੂੰ ਤੁਸੀਂ opinion ਵਾਲੇ ਸੈਂਟੈਂਸ ਦੇ ਨਾਲ ਹੀ ਕਨੈਕਟ ਕਰ ਸਕਦੇ ਹੋ। and I will discuss the reasons to support my view in the following paragraphs। ਮੈਂ ਸਟੇਟਮੈਂਟ ਨਾਲ ਅਗਰੀ ਕਰਦਾ ਤੇ ਮੈਂ ਨੀਚੇ ਦਿੱਤੇ ਪੈਰਾਗ੍ਰਾਫਸ ਨਾਲ ਆਪਣੇ ਵਿਊ ਨੂੰ ਸਪੋਰਟ ਕਰਨ ਲਈ ਰੀਜ਼ਨ ਦਊਂਗਾ। ਇਹਦੇ ਨਾਲ ਮੇਰੀ ਇੰਟਰੋਡਕਸ਼ਨ ਕੰਪਲੀਟ ਹੋ ਗਈ। ਲਾਸਟ ਪਾਰਟ ਇਜ਼ ਥੀਸਿਸ। ਥੀਸਿਸ ਤੁਸੀਂ ਹਰੇਕ ਐਸੇ ਵਿੱਚ ਲਿਖਣੀ ਹੁੰਦੀ ਹੈ, ਚਾਹੇ ਅਗਰੀ ਡਿਸਐਗਰੀ ਵਾਲਾ, ਚਾਹੇ ਐਡਵਾਂਟੇਜ ਡਿਸਐਡਵਾਂਟੇਜ ਵਾਲਾ। ਥੀਸਿਸ ਇਜ਼ ਮਸਟ। ਓਪੀਨੀਅਨ ਆਪਸ਼ਨਲ ਹੁੰਦਾ। ਰੀਫਰੇਜ਼ਿੰਗ ਤੁਸੀਂ ਹਮੇਸ਼ਾ ਹੀ ਕਰਨੀ ਹੈ। ਆਈ ਹੋਪ ਕਿ ਤੁਹਾਨੂੰ ਹੁਣ ਕਲੀਅਰ ਹੋਏਗਾ ਕਿ ਐਸੇ ਵਿੱਚ ਤੁਸੀਂ ਆਪਣੀ ਇੰਟਰੋਡਕਸ਼ਨ ਕਿਵੇਂ ਲਿਖਣੀ ਹੈ ਤਾਂ ਕਿ ਤੁਹਾਡੇ ਬੈਂਡ ਕੱਟੇ ਨਾ ਜਾਣ ਤੇ ਨਾ ਹੀ ਤੁਹਾਡਾ ਫालतू ਟਾਈਮ ਵੇਸਟ ਹੋਵੇ। ਥੈਂਕ ਯੂ ਸੋ ਮਚ ਫॉर ਵਾਚਿੰਗ ਮਾਈ ਵੀਡੀਓ ਗਾਇਜ਼। ਆਈ ਹੋਪ ਕਿ ਤੁਹਾਨੂੰ ਹੁਣ ਕਲੀਅਰ ਹੋਏਗਾ ਕਿ ਤੁਸੀਂ ਆਇਲਸ ਐਸੇ ਰਾਈਟਿੰਗ ਵਿੱਚ ਇੰਟਰੋਡਕਸ਼ਨ ਦੇ ਪੈਰਾਗ੍ਰਾਫ ਨੂੰ ਕਿਵੇਂ ਲਿਖਣਾ ਹੁੰਦਾ। ਜੇ ਤੁਹਾਨੂੰ ਕੋਈ ਵੀ ਹੋਰ ਹੈਲਪ ਚਾਹੀਦੀ ਹੈ ਤਾਂ ਤੁਸੀਂ ਮੈਨੂੰ ਨੀਚੇ ਦਿੱਤੇ ਨੰਬਰ ਤੇ ਕੰਟੈਕਟ ਕਰ ਸਕਦੇ ਹੋ। ਮੇਰੇ ਚੈਨਲ ਨੂੰ ਵੀ ਜ਼ਰੂਰ ਸਬਸਕ੍ਰਾਈਬ ਕਰੋ ਤੇ ਮੇਰੀ ਵੀਡੀਓ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰੋ।